ਭਾਰਤ ਨੂੰ ਅਸਲ ਵਿੱਚ ਭਾਰਤ ਕੀ ਬਣਾਉਂਦਾ ਹੈ? ਵੇਖੋ, ਇਸ ਦਾ ਜਵਾਬ ਉਸ ਬੁਨਿਆਦੀ ਕਿਤਾਬ ਯਾਨੀ ਆਪਣੇ ਸੰਵਿਧਾਨ ਵਿੱਚ ਲੁਕਿਆ ਹੋਇਆ ਹੈ। ਇਹ ਸਿਰਫ ਕਾਨੂੰਨਾਂ ਦਾ ਇੱਕ ਸੰਗ੍ਰਹਿ ਨਹੀਂ, ਬਲਕਿ ਇਹ ਉਹ ਨਕਸ਼ਾ ਹੈ ਜੋ ਇਹ ਤੈਅ ਕਰਦਾ ਹੈ ਕਿ ਸਾਡੇ ਦੇਸ਼ ਦੀਆਂ ਹੱਦਾਂ ਕਿੱਥੇ ਹਨ, ਅਤੇ ਇਸ ਤੋਂ ਵੀ ਵੱਧ ਇਹ ਤੈਅ ਕਰਦਾ ਹੈ ਕਿ ਕੌਣ ਇਸ ਦੇਸ਼ ਦਾ ਹਿੱਸਾ ਹੈ, ਮਤਲਬ ਕਿ ਕੌਣ ਭਾਰਤੀ ਹੈ। ਚਲੋ ਅੱਜ ਇਸੇ ਨਕਸ਼ੇ ਦੀ ਗਹਿਰਾਈ ਵਿੱਚ ਉਤਰਦੇ ਹਾਂ। ਸਾਡੀ ਪੂਰੀ ਕਹਾਣੀ ਦੀ ਸ਼ੁਰੂਆਤ ਇਸ ਇੱਕ ਲਾਈਨ ਤੋਂ ਹੁੰਦੀ ਹੈ। ਸੰਵਿਧਾਨ ਦਾ ਪਹਿਲਾ ਅਨੁਛੇਦ ਕਹਿੰਦਾ ਹੈ, ਇੰਡੀਆ ਯਾਨੀ ਭਾਰਤ ਰਾਜਾਂ ਦਾ ਇੱਕ ਸੰਘ ਹੋਵੇਗਾ। ਇਹ ਸਿਰਫ ਸ਼ਬਦ ਨਹੀਂ, ਇਹ ਉਹ ਤਾਗਾ ਹੈ ਜੋ ਪੂਰੇ ਦੇਸ਼ ਨੂੰ ਇੱਕ ਮਾਲਾ ਵਿੱਚ ਪਰੋ ਕੇ ਰੱਖਦਾ ਹੈ। ਇਸ ਛੋਟੇ ਜਿਹੇ ਵਾਕ ਵਿੱਚ ਹੀ ਭਾਰਤ ਦੀ ਏਕਤਾ ਅਤੇ ਇਸ ਦੇ ਬਣਤਰ ਦਾ ਪੂਰਾ ਰਾਜ਼ ਛੁਪਿਆ ਹੋਇਆ ਹੈ। ਤਾਂ ਅੱਜ ਆਪਾਂ ਕੀ ਸਮਝਾਂਗੇ? ਸਭ ਤੋਂ ਪਹਿਲਾਂ ਆਪਾਂ ਰਾਜਾਂ ਦਾ ਸੰਘ ਦੇ ਮਤਲਬ ਨੂੰ ਖੋਲਾਂਗੇ। ਫਿਰ ਦੇਖਾਂਗੇ ਕਿ ਭਾਰਤ ਦਾ ਨਕਸ਼ਾ ਸਮੇਂ ਦੇ ਨਾਲ ਕਿਵੇਂ ਬਦਲਦਾ ਰਿਹਾ। ਉਸ ਤੋਂ ਬਾਅਦ ਆਧੁਨਿਕ ਰਾਜਾਂ ਦੇ ਬਣਨ ਦੀ ਕਹਾਣੀ ਤੇ ਨਜ਼ਰ ਮਾਰਾਂਗੇ। ਫਿਰ ਗੱਲ ਕਰਾਂਗੇ ਨਾਗਰਿਕਤਾ ਦੇ ਨਿਯਮਾਂ ਦੀ ਅਤੇ ਅਖੀਰ ਵਿੱਚ ਸਾਰੇ ਮੁੱਖ ਸਿਧਾਂਤਾਂ ਨੂੰ ਇਕੱਠਾ ਕਰਕੇ ਦੇਖਾਂਗੇ। ਚਲੋ ਸ਼ੁਰੂ ਕਰਦੇ ਹਾਂ ਆਪਣੇ ਪਹਿਲੇ ਹਿੱਸੇ ਨਾਲ, ਭਾਰਤ ਰਾਜਿਆਂ ਦਾ ਇੱਕ ਸੰਘ। ਆਓ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਸ ਦਾ ਅਸਲ ਮਤਲਬ ਕੀ ਹੈ ਅਤੇ ਇਹ ਭਾਰਤ ਦੇ ਸੁਭਾਅ ਬਾਰੇ ਕੀ ਦੱਸਦਾ ਹੈ। ਦੇਖੋ, ਇੱਥੇ ਇੱਕ ਬਹੁਤ ਹੀ ਬਾਰੀਕ ਪਰ ਮਹੱਤਵਪੂਰਨ ਫਰਕ ਹੈ। ਭਾਰਤ ਇੱਕ ਯੂਨੀਅਨ ਆਫ ਸਟੇਟਸ ਹੈ, ਫੈਡਰੇਸ਼ਨ ਆਫ ਸਟੇਟਸ ਨਹੀਂ। ਹੁਣ ਇਸ ਦਾ ਕੀ ਮਤਲਬ ਹੈ? ਸੌਖੇ ਸ਼ਬਦਾਂ ਵਿੱਚ, ਅਮਰੀਕਾ ਵਰਗੇ ਦੇਸ਼ਾਂ ਵਿੱਚ ਰਾਜ ਇਕੱਠੇ ਹੋਏ ਅਤੇ ਇੱਕ ਸਮਝੌਤੇ ਤਹਿਤ ਇੱਕ ਦੇਸ਼ ਬਣਾਇਆ। ਪਰ ਭਾਰਤ ਵਿੱਚ ਉਲਟਾ ਹੋਇਆ। ਇੱਥੇ ਦੇਸ਼ ਪਹਿਲਾਂ ਤੋਂ ਮੌਜੂਦ ਸੀ ਅਤੇ ਪ੍ਰਸ਼ਾਸਨ ਲਈ ਰਾਜ ਬਣਾਏ ਗਏ। ਇਸੇ ਲਈ ਕਿਹਾ ਜਾਂਦਾ ਹੈ ਕਿ ਭਾਰਤ ਇੱਕ ਅਜਿਹਾ ਸੰਘ ਹੈ ਜਿਸ ਨੂੰ ਤੋੜਿਆ ਨਹੀਂ ਜਾ ਸਕਦਾ, ਪਰ ਉਸ ਦੇ ਅੰਦਰ ਦੇ ਰਾਜਾਂ ਨੂੰ ਤੋੜਿਆ ਮਰੋੜਿਆ ਜਾ ਸਕਦਾ ਹੈ। ਮਤਲਬ ਸਾਫ਼ ਹੈ, ਕੋਈ ਵੀ ਰਾਜ ਭਾਰਤ ਤੋਂ ਵੱਖ ਹੋਣ ਦਾ ਸੁਪਨਾ ਵੀ ਨਹੀਂ ਲੈ ਸਕਦਾ। ਇਹ ਰਾਜਾਂ ਨੂੰ ਤੋੜਿਆ ਮਰੋੜਿਆ ਜਾ ਸਕਦਾ ਹੈ ਵਾਲੀ ਗੱਲ ਨੂੰ ਥੋੜਾ ਹੋਰ ਸਮਝਦੇ ਹਾਂ। ਭਾਵੇਂ ਦੇਸ਼ ਦੀਆਂ ਬਾਹਰੀ ਹੱਦਾਂ ਪੱਕੀਆਂ ਹਨ, ਪਰ ਅੰਦਰੂਨੀ ਨਕਸ਼ਾ ਉਹ ਇੱਕ ਵਗਦੇ ਪਾਣੀ ਵਾਂਗ ਹੈ ਜਿਸ ਨੂੰ ਬਦਲਿਆ ਜਾ ਸਕਦਾ ਹੈ। ਅਤੇ ਇਹ ਸ਼ਕਤੀ ਕਿੱਥੋਂ ਆਉਂਦੀ ਹੈ? ਸਿੱਧਾ ਸੰਵਿਧਾਨ ਤੋਂ। ਅਨੁਛੇਦ 3 ਇਹ ਸੰਸਦ ਨੂੰ ਬੇਅੰਤ ਸ਼ਕਤੀ ਦਿੰਦਾ ਹੈ। ਤੁਸੀਂ ਇਸ ਨੂੰ ਇੱਕ ਤਰ੍ਹਾਂ ਦਾ ਜਾਦੂਈ ਪੈਨ ਸਮਝ ਸਕਦੇ ਹੋ। ਸੰਸਦ ਚਾਹੇ ਤਾਂ ਦੋ ਰਾਜਾਂ ਨੂੰ ਮਿਲਾ ਕੇ ਇੱਕ ਨਵਾਂ ਰਾਜ ਬਣਾ ਸਕਦੀ ਹੈ। ਕਿਸੇ ਰਾਜ ਦਾ ਖੇਤਰ ਵਧਾ ਸਕਦੀ ਹੈ ਜਾਂ ਘਟਾ ਵੀ ਸਕਦੀ ਹੈ। ਕਿਸੇ ਵੀ ਰਾਜ ਦੀਆਂ ਹੱਦਾਂ ਨੂੰ ਬਦਲ ਸਕਦੀ ਹੈ ਅਤੇ ਇੱਥੋਂ ਤੱਕ ਕਿ ਕਿਸੇ ਰਾਜ ਦਾ ਨਾਮ ਵੀ ਬਦਲ ਸਕਦੀ ਹੈ। ਇਹ ਸਭ ਕੁਝ ਸੰਸਦ ਦੇ ਹੱਥ ਵਿੱਚ ਹੈ। ਪਰ ਇੱਥੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਆਉਂਦੀ ਹੈ ਕਿ ਇਨ੍ਹਾਂ ਵੱਡੇ ਬਦਲਾਵਾਂ ਲਈ ਰਾਜ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ? ਜਵਾਬ ਹੈ ਬਿਲਕੁਲ ਨਹੀਂ। ਹਾਂ, ਰਾਜ ਤੋਂ ਉਸਦੇ ਵਿਚਾਰ ਜ਼ਰੂਰ ਪੁੱਛੇ ਜਾਂਦੇ ਹਨ, ਪਰ ਉਹ ਵਿਚਾਰ ਕੇਂਦਰ ਤੇ ਲਾਗੂ ਨਹੀਂ ਹੁੰਦੇ। ਅੰਤਿਮ ਫੈਸਲਾ, ਆਖਰੀ ਮੋਹਰ ਹਮੇਸ਼ਾ ਦਿੱਲੀ ਵਿੱਚ ਯਾਨੀ ਸੰਸਦ ਵਿੱਚ ਹੀ ਲੱਗਦੀ ਹੈ। ਅਤੇ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਅਨੁਛੇਦ 2 ਸੰਸਦ ਨੂੰ ਇਹ ਤਾਕਤ ਵੀ ਦਿੰਦਾ ਹੈ ਕਿ ਉਹ ਕਿਸੇ ਬਾਹਰੀ ਇਲਾਕੇ ਨੂੰ ਭਾਰਤ ਵਿੱਚ ਸ਼ਾਮਿਲ ਕਰਕੇ ਇੱਕ ਨਵਾਂ ਰਾਜ ਬਣਾ ਸਕੇ, ਜਿਵੇਂ 1975 ਵਿੱਚ ਸਿੱਕਮ ਦੇ ਮਾਮਲੇ ਵਿੱਚ ਹੋਇਆ ਸੀ। ਅਤੇ ਸਭ ਤੋਂ ਵੱਡੀ ਗੱਲ, ਅਨੁਛੇਦ 4 ਕਹਿੰਦਾ ਹੈ ਕਿ ਇਹ ਸਾਰੇ ਵੱਡੇ ਬਦਲਾਅ ਕਰਨ ਲਈ ਕਿਸੇ ਖਾਸ ਸੰਵਿਧਾਨਿਕ ਸੋਧ ਦੀ ਵੀ ਲੋੜ ਨਹੀਂ। ਇਹ ਕੰਮ ਇੱਕ ਸਧਾਰਨ ਕਾਨੂੰਨ ਵਾਂਗ ਸਧਾਰਨ ਬਹੁਮਤ ਨਾਲ ਹੀ ਹੋ ਸਕਦਾ ਹੈ। ਠੀਕ ਹੈ, ਇਹ ਤਾਂ ਹੋ ਗਈਆਂ ਸੰਵਿਧਾਨਿਕ ਸ਼ਕਤੀਆਂ ਦੀ ਗੱਲ, ਪਰ ਕੀ ਅਸਲ ਵਿੱਚ ਇਨ੍ਹਾਂ ਦੀ ਵਰਤੋਂ ਹੋਈ ਹੈ? ਬਿਲਕੁਲ ਹੋਈ ਹੈ, ਅਤੇ ਬਹੁਤ ਵਾਰ ਹੋਈ ਹੈ। ਆਓ ਹੁਣ ਦੇਖੀਏ ਕਿ ਕਿਵੇਂ ਇਨ੍ਹਾਂ ਸ਼ਕਤੀਆਂ ਨੇ ਸਮੇਂ ਦੇ ਨਾਲ ਆਧੁਨਿਕ ਭਾਰਤ ਦੇ ਨਕਸ਼ੇ ਨੂੰ ਆਕਾਰ ਦਿੱਤਾ ਹੈ। ਆਓ ਭਾਰਤ ਦੇ ਨਕਸ਼ੇ ਦੇ ਸਫ਼ਰ ਤੇ ਇੱਕ ਨਜ਼ਰ ਮਾਰੀਏ। 1953 ਵਿੱਚ ਭਾਸ਼ਾ ਦੇ ਆਧਾਰ ਤੇ ਪਹਿਲਾ ਰਾਜ ਬਣਿਆ ਆਂਧਰਾ ਪ੍ਰਦੇਸ਼। ਫਿਰ 1960 ਵਿੱਚ ਬੰਬਈ ਰਾਜ ਨੂੰ ਤੋੜ ਕੇ ਗੁਜਰਾਤ ਅਤੇ ਮਹਾਰਾਸ਼ਟਰ ਬਣਾਏ ਗਏ। 1966 ਵਿੱਚ ਪੰਜਾਬੀ ਸੂਬਾ ਲਹਿਰ ਤੋਂ ਬਾਅਦ ਅੱਜ ਦਾ ਪੰਜਾਬ ਹੋਂਦ ਵਿੱਚ ਆਇਆ। ਇਹ ਸਿਲਸਿਲਾ ਚੱਲਦਾ ਰਿਹਾ। 2000 ਵਿੱਚ 3 ਨਵੇਂ ਰਾਜ ਬਣੇ, 2014 ਵਿੱਚ ਤੇਲੰਗਾਨਾ ਬਣਿਆ ਅਤੇ 2019 ਵਿੱਚ ਇੱਕ ਵੱਡਾ ਇਤਿਹਾਸਿਕ ਕਦਮ ਚੁੱਕਿਆ ਗਿਆ ਜਦੋਂ ਜੰਮੂ ਅਤੇ ਕਸ਼ਮੀਰ ਰਾਜ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਗਿਆ। ਦੇਸ਼ ਦੀਆਂ ਹੱਦਾਂ ਦੀ ਗੱਲ ਤਾਂ ਹੋ ਗਈ, ਪਰ ਦੇਸ਼ ਸਿਰਫ ਜ਼ਮੀਨ ਨਾਲ ਨਹੀਂ ਬਣਦਾ, ਲੋਕਾਂ ਨਾਲ ਬਣਦਾ ਹੈ। ਤਾਂ ਹੁਣ ਸਵਾਲ ਇਹ ਹੈ ਕਿ ਸੰਵਿਧਾਨ ਦੀ ਨਜ਼ਰ ਵਿੱਚ ਭਾਰਤੀ ਕੌਣ ਹੈ? ਕੌਣ ਇਸ ਦੇਸ਼ ਦਾ ਨਾਗਰਿਕ ਹੈ? ਭਾਰਤ ਵਿੱਚ ਇੱਕ ਬਹੁਤ ਹੀ ਖੂਬਸੂਰਤ ਸਿਧਾਂਤ ਹੈ ਜਿਸ ਨੂੰ ਇਕਹਿਰੀ ਨਾਗਰਿਕਤਾ ਕਹਿੰਦੇ ਹਾਂ। ਇਸ ਦਾ ਮਤਲਬ ਇਹ ਹੈ ਕਿ ਭਾਵੇਂ ਕੋਈ ਪੰਜਾਬ ਵਿੱਚ ਰਹਿੰਦਾ ਹੋਵੇ ਜਾਂ ਕੇਰਲ ਵਿੱਚ, ਉਸ ਦੇ ਪਾਸਪੋਰਟ ਤੇ ਸਿਰਫ ਭਾਰਤੀ ਲਿਖਿਆ ਹੁੰਦਾ ਹੈ, ਪੰਜਾਬੀ ਜਾਂ ਮਲਿਆਲੀ ਨਹੀਂ। ਅਮਰੀਕਾ ਵਿੱਚ ਲੋਕਾਂ ਕੋਲ ਰਾਜ ਅਤੇ ਦੇਸ਼ ਦੋਵਾਂ ਦੀ ਨਾਗਰਿਕਤਾ ਹੁੰਦੀ ਹੈ, ਪਰ ਭਾਰਤ ਵਿੱਚ ਸਾਡੀ ਪਹਿਚਾਣ ਇੱਕ ਹੈ ਅਤੇ ਉਹ ਹੈ ਭਾਰਤੀ। ਤਾਂ ਫਿਰ ਕੋਈ ਭਾਰਤ ਦਾ ਨਾਗਰਿਕ ਕਿਵੇਂ ਬਣਦਾ ਹੈ? 1955 ਦੇ ਨਾਗਰਿਕਤਾ ਐਕਟ ਮੁਤਾਬਿਕ ਇਸ ਦੇ ਮੁੱਖ ਤੌਰ ਤੇ 5 ਤਰੀਕੇ ਹਨ। ਪਹਿਲਾ, ਜਨਮ ਦੁਆਰਾ।
ਦੂਜਾ ਵੰਸ਼ ਦੁਆਰਾ, ਯਾਨੀ ਜੇਕਰ ਮਾਤਾ-ਪਿਤਾ ਭਾਰਤੀ ਹਨ। ਤੀਜਾ ਰਜਿਸਟ੍ਰੇਸ਼ਨ ਦੁਆਰਾ। ਚੌਥਾ ਦੇਸ਼ੀਕਰਨ ਦੁਆਰਾ, ਜੇਕਰ ਕੋਈ ਲੰਬੇ ਸਮੇਂ ਤੋਂ ਭਾਰਤ ਵਿੱਚ ਰਹਿ ਰਿਹਾ ਹੈ। ਅਤੇ ਪੰਜਵਾਂ, ਜੇਕਰ ਕੋਈ ਨਵਾਂ ਇਲਾਕਾ ਭਾਰਤ ਵਿੱਚ ਸ਼ਾਮਿਲ ਹੁੰਦਾ ਹੈ ਤਾਂ ਉੱਥੋਂ ਦੇ ਲੋਕ ਵੀ ਭਾਰਤੀ ਬਣ ਜਾਂਦੇ ਹਨ। ਅਤੇ ਇੱਥੇ ਵੀ ਉਹੀ ਪੈਟਰਨ ਦੇਖਣ ਨੂੰ ਮਿਲਦਾ ਹੈ ਜੋ ਆਪਾਂ ਨੇ ਰਾਜਾਂ ਦੇ ਮਾਮਲੇ ਵਿੱਚ ਦੇਖਿਆ ਸੀ। ਅਸਲ ਤਾਕਤ ਕਿਸ ਕੋਲ ਹੈ? ਅਨੁਛੇਦ 11 ਸਾਫ਼ ਕਹਿੰਦਾ ਹੈ ਕਿ ਨਾਗਰਿਕਤਾ ਨਾਲ ਜੁੜੇ ਕਿਸੇ ਵੀ ਮਾਮਲੇ ਤੇ ਕਾਨੂੰਨ ਬਣਾਉਣ ਦੀ ਆਖਰੀ ਸ਼ਕਤੀ ਸਿਰਫ ਤੇ ਸਿਰਫ ਭਾਰਤ ਦੀ ਸੰਸਦ ਕੋਲ ਹੈ। ਹੁਣ ਆਪਾਂ ਆਪਣੇ ਆਖਰੀ ਹਿੱਸੇ ਵੱਲ ਵਧਦੇ ਹਾਂ। ਕਿਉਂਕਿ ਸੰਸਦ ਕੋਲ ਨਾਗਰਿਕਤਾ ਦੇ ਕਾਨੂੰਨ ਬਦਲਣ ਦੀ ਤਾਕਤ ਹੈ, ਤਾਂ ਇਸ ਦੀ ਇੱਕ ਤਾਜ਼ਾ ਉਦਾਹਰਣ ਦੇਖਦੇ ਹਾਂ। ਨਾਗਰਿਕਤਾ ਸੋਧ ਐਕਟ 2019 ਯਾਨੀ CAA, ਜਿਵੇਂ ਕਿ ਸਾਡੇ ਸਰੋਤਾਂ ਵਿੱਚ ਇਸ ਬਾਰੇ ਦੱਸਿਆ ਗਿਆ ਹੈ। ਤਾਂ ਆਓ ਦੇਖੀਏ ਕਿ ਇਸ ਨਾਗਰਿਕਤਾ ਸੋਧ ਐਕਟ 2019 ਦੇ ਮੁੱਖ ਨੁਕਤੇ ਕੀ ਹਨ। ਅਗਲੀਆਂ ਕੁਝ ਸਲਾਈਡਾਂ ਵਿੱਚ ਆਪਾਂ ਸਰੋਤਾਂ ਵਿੱਚ ਦਿੱਤੀ ਜਾਣਕਾਰੀ ਦੇ ਆਧਾਰ ਤੇ ਇਸ ਦੇ ਖਾਸ ਪ੍ਰਬੰਧਾਂ ਨੂੰ ਸਮਝਾਂਗੇ। ਇਸ ਕਾਨੂੰਨ ਦੇ ਦਾਇਰੇ ਵਿੱਚ 3 ਗੁਆਂਢੀ ਦੇਸ਼ਾਂ ਤੋਂ ਆਏ ਲੋਕਾਂ ਨੂੰ ਰੱਖਿਆ ਗਿਆ ਹੈ। ਇਹ ਦੇਸ਼ ਹਨ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼। ਅਤੇ ਇਹ ਕਾਨੂੰਨ 6 ਖਾਸ ਧਾਰਮਿਕ ਭਾਈਚਾਰਿਆਂ ਤੇ ਲਾਗੂ ਹੁੰਦਾ ਹੈ। ਇਹ ਹਨ ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ ਅਤੇ ਈਸਾਈ। ਸਰੋਤ ਦੇ ਅਨੁਸਾਰ ਇਸ ਸੂਚੀ ਵਿੱਚ ਮੁਸਲਮਾਨਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ। ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਇਹ ਕਾਨੂੰਨ ਪੂਰੇ ਦੇਸ਼ ਵਿੱਚ ਇੱਕੋ ਜਿਹਾ ਲਾਗੂ ਨਹੀਂ ਹੁੰਦਾ। ਉੱਤਰ ਪੂਰਬ ਦੇ 4 ਰਾਜਾਂ ਅਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ ਦੇ ਕੁਝ ਖਾਸ ਕਬਾਇਲੀ ਖੇਤਰਾਂ ਨੂੰ ਇਸ ਕਾਨੂੰਨ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਚਲੋ ਹੁਣ ਤੱਕ ਜੋ ਵੀ ਆਪਾਂ ਨੇ ਸਮਝਿਆ ਉਸ ਨੂੰ ਫਟਾਫਟ 4 ਮੁੱਖ ਨੁਕਤਿਆਂ ਵਿੱਚ ਦੁਹਰਾ ਲਈਏ ਤਾਂ ਕਿ ਸਭ ਕੁਝ ਚੰਗੀ ਤਰ੍ਹਾਂ ਯਾਦ ਰਹੇ। ਤਾਂ 4 ਸਭ ਤੋਂ ਜ਼ਰੂਰੀ ਗੱਲਾਂ ਕੀ ਹਨ? ਪਹਿਲੀ, ਭਾਰਤ ਇੱਕ ਅਟੁੱਟ ਸੰਘ ਹੈ ਜਿਸ ਨੂੰ ਕੋਈ ਤੋੜ ਨਹੀਂ ਸਕਦਾ। ਦੂਜੀ, ਸੰਸਦ ਰਾਜਾਂ ਦਾ ਨਕਸ਼ਾ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਬਦਲ ਸਕਦੀ ਹੈ। ਤੀਜੀ, ਨਾਗਰਿਕਤਾ ਦੇ ਨਿਯਮ ਬਣਾਉਣ ਦੀ ਅੰਤਿਮ ਤਾਕਤ ਵੀ ਸੰਸਦ ਕੋਲ ਹੀ ਹੈ। ਔਰ ਚੌਥੀ, ਭਾਰਤ ਵਿੱਚ ਦੋਹਰੀ ਨਾਗਰਿਕਤਾ ਨਹੀਂ, ਸਿਰਫ ਇਕਹਿਰੀ ਨਾਗਰਿਕਤਾ ਹੈ। ਇਸ ਸੋਚ ਨਾਲ ਅੱਜ ਦੀ ਗੱਲ ਖਤਮ ਕਰਦੇ ਹਾਂ। ਸਵਾਲ ਇਹ ਹੈ ਕਿ ਜਦੋਂ ਇੱਕ ਦੇਸ਼ ਇੱਕ ਪਾਸੇ ਤਾਂ ਅਟੁੱਟ ਹੈ, ਪਰ ਦੂਜੇ ਪਾਸੇ ਉਸ ਦੇ ਅੰਦਰੂਨੀ ਨਕਸ਼ੇ ਲਗਾਤਾਰ ਬਦਲਦੇ ਰਹਿ ਸਕਦੇ ਹਨ, ਤਾਂ ਇਹ ਦੋਹਰੀ ਗੱਲ ਸਮੇਂ ਦੇ ਨਾਲ ਉਸ ਦੇਸ਼ ਦੀ ਪਹਿਚਾਣ ਨੂੰ ਕਿਵੇਂ ਆਕਾਰ ਦਿੰਦੀ ਹੈ? ਇਹ ਇੱਕ ਡੂੰਘਾ ਸਵਾਲ ਹੈ ਜਿਸ ਦਾ ਜਵਾਬ ਭਾਰਤ ਦੇ ਵਿਲੱਖਣ ਸੰਵਿਧਾਨਿਕ ਢਾਂਚੇ ਵਿੱਚ ਛੁਪਿਆ ਹੋਇਆ ਹੈ।